ਸਤਿ ਸ਼੍ਰੀ ਅਕਾਲ ਜੀ। ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਫਿਰ ਪਟਿਆਲਾ ਦੇ ਵਿੱਚ ਇੱਕ ਸਕੂਲ ਦੇ ਬਾਹਰ ਮਾਤਾ ਪਿਤਾ ਇਕੱਠੇ ਹੋਏ ਆ। ਆਖਰ ਕਾਰਨ ਕੀ ਹੈ ਕਿ ਬਾਰ-ਬਾਰ ਕਿਉਂ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਕੱਲ੍ਹ ਸਕੂਲਾਂ ਦੇ ਬਾਹਰ ਇਕੱਠਾ ਹੋਣਾ ਪੈ ਰਿਹਾ। ਤੁਸੀਂ ਪਹਿਲਾਂ ਵੀ ਦੇਖਿਆ, ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਵਿੱਚੋਂ ਵੀ ਇਹ ਸਥਿਤੀ ਨਿਕਲ ਕੇ ਸਾਹਮਣੇ ਆ ਰਹੀ ਹੈ। ਔਰ ਇੱਥੇ ਇਸ ਵਕਤ ਉਹ ਐਸੋਸੀਏਸ਼ਨ ਖੜੀ ਹੋਈ ਹੈ ਜਿਨ੍ਹਾਂ ਨੇ ਸੜਕਾਂ ਦੇ ਉੱਤੇ ਕਈ ਪ੍ਰਦਰਸ਼ਨ ਕੀਤੇ ਆ, ਚਾਹੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਨੇ ਪਏ ਆ। ਇਹ ਲੋਕ ਪਿੱਛੇ ਨਹੀਂ ਹਟੇ। ਮੰਗ ਕੀ ਹੈ, ਅੱਜ ਕੀ ਕਾਰਨ ਰਿਹਾ ਕਿ ਅੱਜ ਇਸ ਪ੍ਰਾਈਵੇਟ ਸਕੂਲ ਦੇ ਬਾਹਰ ਇਹਨਾਂ ਨੂੰ ਖੜੇ ਹੋਣਾ ਪਿਆ। ਆ ਕੇ ਗੱਲ ਕਰਦੇ ਹਾਂ ਇੱਥੇ ਪਹੁੰਚੇ ਪੇਰੈਂਟਸ ਐਸੋਸੀਏਸ਼ਨ ਦੇ ਜੋ ਮੈਂਬਰ ਹੈ, ਉਹਨਾਂ ਦੇ ਨਾਲ, ਨੁਮਾਇੰਦੇ ਉਹਨਾਂ ਦੇ ਨਾਲ। ਕੀ ਨਾਮ ਹੈ ਜੀ ਤੇ ਕੀ ਕਾਰਨ ਹੈ ਅੱਜ ਇੱਥੇ ਇਕੱਠੇ ਹੋਣ ਦਾ? ਸਰ ਪ੍ਰਵੀਨ ਕੁਮਾਰ ਨਾਮ ਹੈ ਜੀ, ਪੇਰੈਂਟਸ ਗਰੁੱਪ ਪਟਿਆਲਾ ਤੋਂ। ਸਰ ਕਾਰਨ ਅਸੀਂ ਪਿਛਲੇ 4 ਮਹੀਨੇ ਤੋਂ ਜਿਹੜਾ ਹੈਗਾ ਗਵਰਨਮੈਂਟ ਦੇ ਵੀ ਕੰਨ ਖੋਲ੍ਹਣ ਲੱਗੇ ਹੋਏ ਆ ਕਿ ਜਿਹੜਾ ਪੇਰੈਂਟਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹਰ ਇੱਕ ਸਕੂਲ ਦੇ ਵੱਲੋਂ ਫੀਸਾਂ ਦੇ ਮੁੱਦੇ ਤੇ, ਆਨਲਾਈਨ ਕਲਾਸਾਂ ਦਾ ਡਰਾਮਾ ਕਰਕੇ। ਸਰ ਉਸ ਤੋਂ ਪੇਰੈਂਟਸ ਬਹੁਤ ਪਰੇਸ਼ਾਨ ਹੋ ਚੁੱਕੇ ਨੇ। ਤੁਸੀਂ ਅੱਜ ਵੀ ਕਿਸੇ ਡਾਕਟਰ ਕੋਲ, ਅੱਛੇ ਆਈਜ਼ ਵਾਲੇ ਡਾਕਟਰ ਕੋਲ ਚਲੇ ਜਾਓ, ਤੁਹਾਨੂੰ ਮੈਕਸਿਮਮ ਉੱਥੇ ਪੇਰੈਂਟਸ ਮਿਲਣਗੇ ਜੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਖੜੇ ਨੇ, ਜਿਹਦੇ ਅੱਖਾਂ 'ਚ ਦਰਦ ਹੋ ਰਿਹਾ, ਸਿਰ 'ਚ ਦਰਦ ਹੋ ਰਿਹਾ, ਬਹੁਤ ਪ੍ਰੋਬਲਮ ਆ ਰਹੀ ਹੈ। ਅਤੇ ਉਸ ਤੋਂ ਇਲਾਵਾ ਜੋ ਇਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਹੋ ਰਿਹਾ ਉਹ ਸਕੂਲਾਂ ਵੱਲੋਂ ਆ ਰਿਹਾ ਕਿ ਤੁਹਾਡੇ ਬੱਚੇ ਦਾ ਨਾਮ ਕੱਟਿਆ ਜਾਏਗਾ, ਤੁਹਾਡੇ ਬੱਚਿਆਂ ਦਾ ਫਿਊਚਰ ਖਰਾਬ ਕੀਤਾ ਜਾਏਗਾ ਤੁਸੀਂ ਜੇ ਫੀਸਾਂ ਨਹੀਂ ਭਰੋਗੇ। ਤੇ ਹਾਈ ਕੋਰਟ ਦੀ ਗਾਈਡਲਾਈਨਸ ਇਹ ਸੀ ਕਿ 21 ਸਤੰਬਰ ਤੱਕ ਜੋ ਹੈ ਘੱਟੋ ਘੱਟ ਸਕੂਲ ਵਾਲਿਆਂ ਨੂੰ ਵੇਟ ਕਰਨੀ ਚਾਹੀਦੀ ਹੈ, ਜੋ ਕਿ 21 ਸਤੰਬਰ ਨੂੰ ਫਾਈਨਲ ਡਿਸੀਜਨ ਆਉਣਾ ਹੈ। ਬਟ ਸਕੂਲ ਵਾਲਿਆਂ ਕੋਲ ਇੰਨੀ ਸਬਰ ਨਹੀਂ ਹੋ ਰਹੀ। ਉਹ ਕਹਿੰਦੇ ਕਿ ਡਰਾ ਧਮਕਾ ਕੇ ਜਿੰਨਾ ਪੈਸਾ ਪੇਰੈਂਟਸ ਕੋਲ ਖੋਇਆ ਜਾਂਦਾ ਖੋ ਲਈਏ। ਉਸ ਤੋਂ ਬਾਅਦ ਗਵਰਨਮੈਂਟ ਦੇਖੋ, ਸਾਨੂੰ ਜਦੋਂ ਵੀ ਕੋਈ ਗਾਈਡਲਾਈਨਸ ਪਾਸ ਕਰਦੀ ਹੈ ਕਿ ਤੁਸੀਂ 2 ਦਿਨ ਘਰੇ ਬੈਠਣਾ, ਕੰਮ ਨਹੀਂ ਖੋਲ੍ਹਣਾ, ਤੁਸੀਂ ਮਹੀਨਾ ਘਰੇ ਬੈਠਣਾ, ਤੁਸੀਂ 3 ਮਹੀਨੇ ਘਰੇ ਬੈਠਣਾ ਹੈ, ਤਾਂ ਸਰ ਪੇਰੈਂਟਸ ਉਹ ਜਿਹੜਾ ਵੀ ਮਿਡਲ ਕਲਾਸ ਵਰਗ ਦੇ ਬਿਜ਼ਨਸਮੈਨ ਹੈ ਚਾਹੇ ਕੋਈ ਵੀ ਆ, ਉਹ ਗਵਰਨਮੈਂਟ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਉਹਨਾਂ ਦਾ ਪੂਰਾ ਸਾਥ ਦਿੰਦਾ ਹੈ। ਪਰ ਗਵਰਨਮੈਂਟਸ ਪੇਰੈਂਟਸ ਦਾ ਵੱਲ ਜਾਂ ਮਿਡਲ ਕਲਾਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ, ਨਾ ਹੀ ਕਿਸੇ ਪਾਸੋਂ ਸਾਨੂੰ ਕੋਈ ਸਹੂਲਤ ਮਿਲ ਰਹੀ ਹੈ। ਜੇ ਸਕੂਲ ਕਹਿੰਦੇ ਨੇ ਕਿ ਉਹਨਾਂ ਨੂੰ ਕੋਈ ਗਵਰਨਮੈਂਟ ਵੱਲੋਂ ਗ੍ਰਾਂਟ ਨਹੀਂ ਆਉਂਦੀ ਕਿ ਉਹ ਅੱਗੇ ਟੀਚਰਸ ਨੂੰ ਸੈਲਰੀ ਦੇਣ ਜਾਂ ਜਿਵੇਂ ਮਰਜ਼ੀ ਕਰਨ, ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਪੇਰੈਂਟਸ ਨੂੰ ਕਿਹੜਾ ਜਾਂ ਮਿਡਲ ਕਲਾਸ ਨੂੰ ਕਿਹੜਾ ਗ੍ਰਾਂਟ ਮਿਲ ਰਹੀ ਹੈ ਅਲੱਗ ਤੋਂ। ਮਿਡਲ ਕਲਾਸ ਤਾਂ ਦੁਕਾਨਾਂ ਬੰਦ ਕਰਕੇ ਘਰੇ ਬੈਠੇ ਨੇ, ਉਹ ਗਵਰਨਮੈਂਟ ਦੀ ਗਾਈਡਲਾਈਨਸ ਦਾ ਫੋਲੋ ਕਰ ਰਹੇ ਨੇ। ਉਸ ਤੋਂ ਬਾਅਦ ਵੀ ਮਿਡਲ ਕਲਾਸ ਨਾਲ ਹੀ ਪੂਰਾ ਧੱਕਾ ਕਿਉਂ ਕੀਤਾ ਜਾ ਰਿਹਾ ਹੈ? ਚਲੋ, ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਕਾਗਜ਼ ਦਿੱਤਾ ਗਿਆ? ਤੁਸੀਂ ਅੱਗੇ ਆਓ ਜੀ, ਤੁਸੀਂ ਦੱਸੋ ਇਹ ਕੀ ਕਾਗਜ਼ ਦਿੱਤਾ ਗਿਆ ਤੁਹਾਨੂੰ? ਕੋਈ ਫੈਸਿਲਿਟੀ ਦਿੱਤੀ ਗਈ ਸਕੂਲ ਵੱਲੋਂ? ਫੈਸਿਲਿਟੀ ਨਹੀਂ, ਸਾਡੀ ਪਰਸੋਂ ਉਰੇ ਦੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਤੇ ਸਾਡੀਆਂ 2 ਗੱਲਾਂ ਅਸੀਂ ਉਹਨਾਂ ਨੂੰ ਦੱਸੀਆਂ ਸੀਗੀਆਂ ਕਿ ਜਾਂ ਤਾਂ ਤੁਸੀਂ ਦੇਖੋ ਫੀਸ ਦੇ ਵਿੱਚ ਕੁਝ ਵੇਵਰ ਦਿਓ, ਤਾਂ ਕਿ ਕਿਉਂਕਿ ਦੇਖੋ ਅਸੀਂ ਟੀਚਰਸ ਦੇ ਵੀ ਨਾਲ ਹੈਗੇ, ਕਿਉਂਕਿ ਉਹ ਵੀ ਇਸ ਪੂਰੀ ਐਫਰਟ ਕਰ ਰਹੇ ਹਾਂ ਬੱਚਿਆਂ ਨੂੰ ਆਨਲਾਈਨ ਕਲਾਸ ਦੇ ਕੇ। ਤੇ ਅਸੀਂ ਇਹੀ ਕਿਹਾ ਗਿਆ ਅਸੀਂ ਟੀਚਰ ਨੂੰ, ਆਪਣੇ ਪ੍ਰਿੰਸੀਪਲ ਨੂੰ, ਕਿ ਤੁਸੀਂ 50% ਤੱਕ ਅਸੀਂ ਤੁਹਾਨੂੰ 1 ਮੰਥ ਦੀ ਫੀਸ ਪੇ ਕਰ ਦਿੰਦੇ ਹਾਂ, ਤੇ ਐਟਲੀਸਟ ਤੁਹਾਨੂੰ ਇੰਨਾ ਕੁ ਵੇਵਰ ਕਰਨਾ ਚਾਹੀਦਾ। ਨਹੀਂ ਹੈ ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਨੂੰ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਲਿਖ ਕੇ ਦਈਏ। ਕਿਉਂਕਿ ਦੇਖੋ ਹਾਈ ਕੋਰਟ ਦਾ ਜਿਹੜਾ ਜਜਮੈਂਟ ਕਹਿੰਦੀ ਉਹ ਇਹੀ ਕਹਿੰਦੀ ਹੈ ਕਿ ਇੱਕ ਵਾਰ ਪੇਰੈਂਟਸ ਨੂੰ ਆਪਣੇ ਫਾਈਨੈਂਸ਼ਲੀ ਸਟੇਟਸ ਦੱਸਣਾ ਚਾਹੀਦਾ ਹੈ ਕਿ ਐਪਲੀਕੇਸ਼ਨ ਦੇ ਕੇ ਕਿ ਸਕੂਲ ਨੂੰ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਅਸੀਂ ਪੜ੍ਹਾਉਣਾ ਚਾਹ ਰਹੇ ਹਾਂ ਪਰ ਅਸੀਂ ਪੜ੍ਹਾ ਨਹੀਂ ਸਕਦੇ ਕੋਵਿਡ ਕਰਕੇ। ਤੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਕਿਹਾ ਸੀਗਾ ਕਿ ਅਸੀਂ ਐਪਲੀਕੇਸ਼ਨ ਦੇਣੀ ਹੈ, ਪਰ ਉਹਨਾਂ ਨੇ ਇੱਕ ਹੋਰ ਐਸੀ ਐਪਲੀਕੇਸ਼ਨ ਦੇਤੀ ਹੈ ਜਿਹੜੀ ਕਿ ਆਮ ਪੇਰੈਂਟਸ ਜਿਹੜਾ ਹੈਗਾ ਉਹ ਪੂਰੀ ਨਹੀਂ ਕਰ ਸਕਦਾ। ਇਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਕਿ ਤੁਸੀਂ ਆਪਣੇ ਬੈਂਕ ਦੀ ਸਟੇਟਮੈਂਟ ਦਿਓ, ਆਪਣੇ MC ਤੋਂ ਲਿਖਵਾ ਕੇ ਦਿਓ, ਆਪਣੇ ਤਹਿਸੀਲਦਾਰ ਤੋਂ ਲਿਖਵਾ ਕੇ ਦਿਓ। ਇਹ ਤਾਂ ਬਹੁਤ, ਮੈਂ ਕਹਿੰਦਾ ਇਹਦਾ ਟਿਸ਼ੂ ਪੇਪਰ ਹੈ ਇੱਕ ਜਿਹੜਾ ਸਕੂਲ ਵਾਲਿਆਂ ਨੇ ਦਿੱਤਾ ਹੈਗਾ। ਇਹਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਜੇ ਪੇਰੈਂਟਸ ਕੋਲ ਇੰਨਾ ਕੁਝ ਕਰਨ ਜੋਗੇ, ਇੰਨੇ ਪੈਸੇ ਖਰਚ ਕੇ, ਉੱਪਰੋਂ ਟਿਕਟਾਂ ਵੀ ਦੱਸੀਆਂ ਕਿ ਤੁਸੀਂ ਟਿਕਟ ਵੀ ਲਾ ਕੇ ਦਿਓ, ਤੇ ਅਗਰ ਪੇਰੈਂਟਸ ਕੋਲ ਇੰਨਾ ਪੈਸਾ ਹੁੰਦਾ ਪੇ ਕਰਨ ਜੋਗਾ ਤਾਂ ਫਿਰ ਉਹ ਫੀਸ ਹੀ ਭਰ ਦਿੰਦੇ। ਸਾਨੂੰ ਕੀ ਲੋੜ ਸੀਗੀ? ਦੇਖੋ ਹਾਈ ਕੋਰਟ ਦਾ ਅਗਰ ਐਸੀ ਗੱਲ ਹੈਗੀ ਹੈ ਤਾਂ ਫਿਰ ਸਕੂਲ ਜਿਹੜਾ ਕੰਟੈਂਪਟ ਆਫ ਕੋਰਟ ਕਰ ਰਿਹਾ, ਜਿਹੜਾ ਕਿ ਪ੍ਰਸ਼ਾਸਨ ਇਹ ਮੰਨ ਨਹੀਂ ਰਿਹਾ ਹੈਗਾ ਇਸ ਚੀਜ਼ ਨੂੰ ਜੀ। ਸੋ ਸਕੂਲ ਪੇਰੈਂਟਸ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਇਸ ਤਰ੍ਹਾਂ ਦਾ ਕਾਗਜ਼ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਤੁਸੀਂ ਹਲਫੀਆ ਬਿਆਨ ਦਿਓ। ਤੁਸੀਂ ਦੇਖ ਸਕਦੇ ਹੋ ਇਹਦੇ 'ਤੇ ਲਿਖਿਆ ਐਫੀਡੇਵਿਟ, ਯਾਨੀ ਕਿ ਹਲਫੀਆ ਬਿਆਨ। 25 ਰੁਪਏ ਦੀ ਇਹਦੇ 'ਤੇ ਟਿਕਟਾਂ ਲਗਾਉਣੀਆਂ। ਉਸ ਤੋਂ ਬਾਅਦ ਇਹ 'ਤੇ ਕਈ ਥਾਵਾਂ 'ਤੇ ਤਫਤੀਸ਼ ਕਰਵਾਇਆ ਜਾਣਾ, ਜਿਸ ਦੇ ਵਿੱਚ ਤੁਸੀਂ ਇਹ ਦੱਸਣਾ ਹੈ ਕਿ ਤੁਸੀਂ ਫੀਸ ਭਰਨ ਦੇ ਕਾਬਿਲ ਨਹੀਂ ਹੋ, ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਬਿਲ ਨਹੀਂ ਹੋ, ਫੀਸ ਭਰਨ ਦੇ ਕਾਬਿਲ ਨਹੀਂ ਹੋ, ਤਾਂ ਇਸ ਨੂੰ ਭਰ ਕੇ ਇੱਕ ਜਮ੍ਹਾਂ ਕਰਾਇਆ ਜਾਵੇ ਤਾਂ ਜੋ ਤੁਹਾਡੇ ਬੱਚਿਆਂ ਦੀ ਫੀਸ ਮਾਫ ਹੋ ਸਕੇ। ਤੁਹਾਡੇ ਬੱਚੇ ਵੀ ਇੱਥੇ ਪੜ੍ਹਦੇ ਆ ਜੀ। ਕੀ ਦਿੱਕਤ ਹੁਣ ਤੁਹਾਨੂੰ ਸਾਹਮਣੇ ਆ ਰਹੀ ਹੈ? ਦਿੱਕਤ ਇਹੀ ਆ ਰਹੀ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਦੇ ਰਹੇ ਹੈਗੇ। ਬਾਰ-ਬਾਰ ਘਰੇ ਸਾਨੂੰ ਫੋਨ ਕਰਦੇ ਨੇ, ਲੇਡੀਜ਼ ਨੂੰ ਫੋਨ ਕਰ ਦਾਂਗੇ ਤੁਹਾਡੇ ਨਾਮ ਬੱਚਿਆਂ ਦਾ ਕੱਟਿਆ ਜਾਏਗਾ। ਫਿਰ ਜਦ ਅਸੀਂ ਸਕੂਲ ਆਉਂਦੇ ਹਾਂ ਤਾਂ ਉਰੇ ਸਾਨੂੰ ਨਿਤ ਨਈ ਮੈਡਮ ਹੀ ਮਿਲਦੀ ਹੈ। ਕਦੀ ਪ੍ਰਿੰਸੀਪਲ ਚੇਂਜ ਹੋ ਜਾਂਦੀ ਹੈ, ਕਦੀ ਦੂਜੀ ਮੈਡਮ ਤੋਂ ਫੋਨ ਕਰਾਉਂਦੇ, ਕਦੀ ਕੁਛ ਕਰਾਉਂਦੇ। ਤਾਂ ਬੱਚਿਆਂ ਦਾ ਵੀ ਮੈਂਟਲੀ ਹਰਾਸਮੈਂਟ ਕੀਤਾ ਗਿਆ। ਕੁਛ ਦੇਰ ਤੱਕ ਇਹ ਜ਼ੂਮ ਕਲਾਸਿਸ ਲਗਾ ਰਹੇ ਥੇ, ਸਾਰੇ ਬੱਚੇ ਐਡ ਸੀਗੇ। ਠੀਕ ਹੈ ਜੀ। ਇਹਨਾਂ ਨੇ ਲਿਸਟ ਵੀ ਭੇਜ ਦਿੱਤੀ ਕਿ ਇਸ ਦਿਨ ਤੋਂ ਐਗਜ਼ਾਮ ਸ਼ੁਰੂ ਹੋ ਜਾਣਗੇ। ਇਹਨਾਂ ਨੇ ਐਨ ਮੌਕੇ ਤੇ 1 ਦਿਨ ਪਹਿਲਾਂ ਸਾਰੇ 300-400 ਬੱਚੇ ਦਾ ਨਾਮ ਉਡਾਤਾ ਜੀ। ਉਹ ਬੱਚੇ ਮਤਲਬ ਸਕੂਲ ਦੇ ਵਿੱਚੋਂ 400 ਬੱਚੇ ਦਾ ਨਾਮ ਕੱਟ ਦਿੱਤਾ ਗਿਆ, ਜਦਕਿ ਪੜ੍ਹਾਈ, ਸਿੱਖਿਆ ਜਿਹੜੀ ਹੈ ਹਰੇਕ ਦਾ ਅਧਿਕਾਰ ਖੇਤਰ ਹੈ, ਹਰੇਕ ਵਿਅਕਤੀ ਨੂੰ ਸਿੱਖਿਆ ਲੈਣ ਦਾ ਅਧਿਕਾਰ ਹੈ, ਪਰ ਇਹ ਸਕੂਲ ਵੱਲੋਂ ਸਿੱਧੇ ਤੌਰ 'ਤੇ ਨਾਮ ਕੱਟੇ ਜਾਂਦੇ ਆ। ਹਾਂਜੀ। ਫਿਰ ਇਹਨਾਂ ਨੇ ਕੀ ਕਰਿਆ ਜੀ, 2 ਗਰੁੱਪ ਬਣਾਤੇ ਜਿਸ 'ਚ ਜ਼ੂਮ ਕਲਾਸਿਸ ਵਾਲੇ ਜਿਹੜੇ ਬੱਚੇ ਫੀਸ ਪੇ ਕਰ ਚੁੱਕੇ ਉਹਨਾਂ ਨੂੰ ਜ਼ੂਮ ਕਲਾਸਿਸ ਲਗਾਈ ਜਾ ਰਹੀਆਂ, ਉਹਨਾਂ ਦੇ ਟੈਸਟ ਹੋ ਰਹੇ, ਉਹਨਾਂ ਦੇ ਐਗਜ਼ਾਮ ਹੋ ਰਹੇ ਹਨ। ਲੇਕਿਨ ਸਾਡੇ ਬੱਚਿਆਂ ਦਾ ਨਾਮ ਦੂਜੇ ਗਰੁੱਪ 'ਚ ਪਾਤਾ ਜਿਨ੍ਹਾਂ ਨੂੰ ਸਿਰਫ ਵਰਕਸ਼ੀਟ ਦਿੱਤੀ ਜਾ ਰਹੀ ਹੈ ਕਿ ਤੁਸੀਂ ਘਰੇ ਬੈਠ ਕੇ ਪੜ੍ਹੀ ਜਾਓ। ਸਟੈਂਡਰਡ ਮੇਨਟੇਨ ਕਰਤੇ। ਹਾਂਜੀ। ਸੋ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਕਿ ਸਟੈਂਡਰਡ ਮੇਨਟੇਨ ਕਰ ਦਿੱਤੇ ਗਏ ਆ। ਜੋ ਬੱਚੇ ਫੀਸ ਭਰ ਰਹੇ ਆ ਉਹਨਾਂ ਨੂੰ ਪੇਪਰ ਦੇਣ ਦਾ ਅਧਿਕਾਰ ਦਿੱਤਾ ਜਾ ਰਿਹਾ, ਜੋ ਨਹੀਂ ਪੇਪਰ ਦੇ ਜਿਹੜੇ ਫੀਸ ਨਹੀਂ ਦੇ ਰਹੇ ਉਹਨਾਂ ਨੂੰ ਉਹ ਅਧਿਕਾਰ ਖੋਹ ਲਿੱਤਾ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ?
ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਦੇਖੋ ਸਕੂਲ ਪ੍ਰਸ਼ਾਸਨ ਨੂੰ ਕਿ ਪੇਰੈਂਟਸ ਜਿਹੜੇ ਹੈਗੇ ਆ 10-12 ਸਾਲ ਤੁਹਾਡੇ ਕੋਲ ਸਕੂਲ ਦੇ ਵਿੱਚ ਪੇਰੈਂਟਸ ਪੜ੍ਹਾਉਂਦੇ ਆ, ਫੀਸ ਪੇ ਕਰਦੇ ਹੈਗੇ ਆ, ਤੇ ਇਹ ਜਿਹੜੀ ਕੋਵਿਡ ਮੰਨਦੇ ਆ ਸਕੂਲ ਵਾਲਿਆਂ ਤੇ ਵੀ ਇਹ ਪ੍ਰੋਬਲਮ ਆਈ ਹੈ, ਪਰ ਸਕੂਲ ਵਾਲੇ ਸਰਕਾਰ ਨੂੰ ਕਿਉਂ ਨਹੀਂ ਅਪਰੋਚ ਕਰਦੇ? ਸਰਕਾਰ ਨੂੰ ਕਹਿਣ ਜਿਹੜਾ ਉਹਨਾਂ ਦਾ ਰਿਜ਼ਰਵ ਫੰਡ ਪਿਆ ਹੈ ਮੇਬੀ ਸ਼ਾਇਦ 680 ਕਰੋੜ ਦੇ ਕਰੀਬ, ਉਹ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਕਿ ਰਿਲੀਜ਼ ਕਰਨ? ਇਹ ਸਰਕਾਰ ਦੇਖੋ, ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ, ਸਕੂਲ ਪ੍ਰਸ਼ਾਸਨ ਚਾਹੇ ਤਾਂ ਸਭ ਕੁਝ ਹੈ, ਕਿਉਂਕਿ ਇਹਨਾਂ ਕੋਲ ਫੰਡ ਪੇ ਹੈਗੇ ਆ। ਇਹ ਜਾਣ ਬੁੱਝ ਕੇ ਪੇਰੈਂਟਸ ਨੂੰ ਤੰਗ ਕਰ ਰਹੇ ਆ। ਇਹਨਾਂ ਨੂੰ ਇਹ ਹੈ ਕਿ ਅਗਰ ਇੱਕ ਵਾਰ ਪੇਰੈਂਟਸ ਨੂੰ ਅਸੀਂ ਆਪਣਾ ਦੱਸਤਾ ਕਿ ਅਸੀਂ ਕਿਸ ਲੋਸ ਦੇ ਵਿੱਚ ਜਾ ਰਹੇ ਹਾਂ, ਤਾਂ ਹਰੇਕ ਵਾਰ ਉਹਨਾਂ ਨੂੰ ਪਤਾ ਚੱਲ ਜਾਏਗਾ, ਤਾਂ ਉਹ ਹਰੇਕ ਵਾਰ ਸਾਡੀ ਮੰਗਾਂ ਅੱਗੇ ਝੁਕੇਂਗੇ ਨਹੀਂ। ਇਹ ਬਹੁਤ ਗਲਤ ਹੈ। ਅੱਜ ਤੁਸੀਂ ਇੱਥੇ ਆ ਕੇ ਇਕੱਠੇ ਹੋਏ ਹੋ, ਖੜੇ ਹੋਏ ਹੋ, ਤੁਹਾਡੀ ਕੋਈ ਮੰਗ ਅੰਦਰ ਗੱਲ ਹੋਈ ਹੈ ਕਿਸੇ ਨਾਲ, ਸਕੂਲ ਦੇ ਅਧਿਕਾਰੀ ਨਾਲ, ਕੋਈ ਟੀਚਰ ਨਾਲ ਜਾਂ ਕਿਸੇ ਹੋਰ ਐਡਮਿਨਿਸਟ੍ਰੇਟਰ ਨਾਲ? ਨਹੀਂ ਦੇਖੋ, ਅਸੀਂ ਸਵੇਰੇ ਪਹਿਲਾਂ ਗਰਮੀ 'ਚ ਖੜੇ ਰਹੇ, ਉਸ ਤੋਂ ਬਾਅਦ ਮੀਂਹ ਦੇ ਵਿੱਚ ਭਿੱਜ ਗਏ, ਸਾਡੇ ਪੈਰਾਂ ਦੇ ਵਿੱਚ ਸਾਡੇ ਪੈਰ ਗਲ ਚੁੱਕੇ ਆ, ਅਸੀਂ ਉਰੇ ਖੜੇ ਆ ਸਵੇਰ ਦੇ। ਅਸੀਂ ਸਿਰਫ ਇਹੀ ਮੰਗ ਕਰਦੇ ਸੀ ਕਿ ਪ੍ਰਿੰਸੀਪਲ ਮੈਡਮ ਐਟਲੀਸਟ ਇੱਕ ਵਾਰ ਆ ਕੇ ਸਾਡੇ ਪੇਰੈਂਟਸ ਨਾਲ ਗੱਲ ਕਰਨ, ਪਰ ਉਹਨਾਂ ਵੱਲੋਂ ਕੋਈ ਨਹੀਂ ਰਿਸਪੌਂਸ ਹੈ। ਇੱਕ ਉਹਨਾਂ ਦਾ ਕੋਈ ਨੁਮਾਇੰਦਾ ਆਇਆ ਸੀ, ਚਾਹੇ ਉਹ PN ਸੀ ਚਾਹੇ ਜੋ ਮਰਜ਼ੀ ਸੀ, ਉਹ ਸਾਨੂੰ ਸਿਰਫ ਇਹ ਕਾਗਜ਼ ਦੇ ਕੇ ਗਿਆ, ਤੇ ਸਾਨੂੰ ਤਾਂ ਸਿਰਫ ਆਸ਼ਵਾਸਨ ਜਿਹੜਾ ਮਿਲ ਸਕਦਾ ਪ੍ਰਿੰਸੀਪਲ ਨਾਲ ਗੱਲ ਕਰਕੇ ਮਿਲ ਸਕਦਾ, ਸਾਨੂੰ ਇਹਨਾਂ ਦੇ ਸਕੂਲ ਦੇ ਕੋਈ ਹੋਰ ਨੁਮਾਇੰਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਾਨੂੰ ਬਿਰਦਰ ਜੀ। ਕੁਝ ਮਹਿਲਾਵਾਂ ਵੀ ਇੱਥੇ ਪਹੁੰਚੀਆਂ ਹੋਈਆਂ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਕੀ ਸਮੱਸਿਆ ਲੱਗਦੀ ਹੈ। ਤੁਸੀਂ ਇੱਕ ਮਿੰਟ ਆਓਗੇ ਭੈਣ ਜੀ, ਗੱਲ ਕਰੋਗੇ? ਹੁਣ ਬੱਚਿਆਂ ਦੇ ਬਾਰੇ ਗੱਲ ਹੋਈ ਹੈ ਅੰਦਰ ਸਕੂਲ ਦੇ ਵਿੱਚ, ਕੀ ਕਿਹਾ ਜਾ ਰਿਹਾ? ਬਸ ਫੀਸਾਂ ਦਾ ਹੀ ਫੋਨ ਆਉਂਦਾ ਜੀ, ਫੀਸਾਂ ਭਰੋ, ਨਹੀਂ ਤੁਹਾਡੇ ਬੱਚਿਆਂ ਦਾ ਜ਼ੂਮ ਕਲਾਸ ਜਿਹੜੇ ਲੱਗਦੀਆਂ ਸੀ ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਰਿਮੂਵ ਕਰਤਾ। ਮੇਰੇ ਤਿੰਨੋਂ ਬੱਚੇ ਪੜ੍ਹਦੇ ਨੇ ਜੀ, ਕੰਮਕਾਰ ਬੰਦ ਹੋ ਚੁੱਕੇ ਨੇ, ਅਸੀਂ ਫੀਸਾਂ ਨਹੀਂ ਭਰ ਸਕਦੇ। ਕਿੰਨੀ ਦੇਰ ਤੋਂ ਬੱਚੇ ਪੜ੍ਹ ਰਹੇ ਇੱਥੇ? ਸ਼ੁਰੂ ਤੋਂ ਹੀ ਇੱਥੇ ਪੜ੍ਹਦੇ ਨੇ ਜੀ। ਹੁਣ ਕਿਹੜੀ ਕਲਾਸ 'ਚ ਹੋ? 10th 'ਚ ਇੱਕ ਬੇਟੀ ਮੇਰੀ, ਇੱਕ 6th ਦਾ ਬੇਟੀ ਤੇ ਇੱਕ 4th 'ਚ। ਅੱਛਾ, ਹੁਣ ਉਹਨਾਂ ਤੋਂ ਫੀਸ ਮੰਗੀ ਜਾ ਰਹੀ ਹੈ, ਨਹੀਂ ਤਾਂ ਉਹਨਾਂ ਦੇ ਨਾਮ ਤਿੰਨਾਂ ਦੇ ਕੱਟ ਦਿੱਤੇ ਗਏ ਕਿ ਇੱਕ ਦਾ ਕੱਟਿਆ? ਮੇਰੇ 10th ਕਲਾਸ ਦੀ ਹਲੇ ਚੱਲ ਰਹੀ ਹੈ ਜੀ, ਬਾਕੀ ਦੋਨੋਂ ਬੱਚੇ ਰਿਮੂਵ ਕਰਤੇ। ਦੋਨੋਂ ਬੱਚੇ ਰਿਮੂਵ? ਹਾਂਜੀ। ਤੁਹਾਡਾ ਵੀ ਕੋਈ ਬੱਚਾ ਰਿਮੂਵ ਕੀਤਾ ਗਿਆ ਜੀ? ਨਹੀਂ ਸਰ, ਮੇਰਾ ਬੱਚਾ ਕੋਈ ਰਿਮੂਵ ਨਹੀਂ ਕਰਿਆ। ਮੈਂ ਨਾ ਇਹਨਾਂ ਨੂੰ ਸਟਾਰਟਿੰਗ 'ਚ ਐਡਮਿਸ਼ਨ ਫੀਸ ਦੇ ਚੁੱਕੀ ਸੀ ਫਰਵਰੀ ਦੇ ਵਿੱਚ, ਉਹਦੇ ਕਾਰਨ ਇਹਨਾਂ ਨੇ ਮੇਰੇ ਬੱਚੇ ਨੂੰ ਰਿਮੂਵ ਨਹੀਂ ਕੀਤਾ। ਬਟ ਇਹ ਹੈ ਕਿ ਮੈਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਮੇਰਾ ਬੇਟਾ ਸੈਕਿੰਡ ਦੇ ਵਿੱਚ ਹੈ, ਜਿਸ ਕਾਰਨ ਕਿ ਜਦੋਂ ਇਹ ਜ਼ੂਮ ਕਲਾਸ ਮੀਟਿੰਗ ਲਗਾਉਂਦੇ ਆ ਮੇਰੇ ਬੱਚੇ ਨੂੰ ਨਾ ਡਿਪਰੈਸ਼ਨ ਹੁੰਦਾ। ਡਿਪਰੈਸ਼ਨ ਮੈਂ ਇਹਨਾਂ ਨੂੰ ਕਿਹਾ ਵੀ ਹੈ ਤੁਸੀਂ ਕਲਾਸਾਂ ਘੱਟ ਕਰੋ। ਇਹਨਾਂ ਨੇ ਹੁਣ ਮਾਰਨਿੰਗ ਤੇ ਈਵਨਿੰਗ ਦੀ ਕਲਾਸ ਜ਼ੂਮ ਮੀਟਿੰਗ ਲਗਾਉਣੀ ਸ਼ੁਰੂ ਕਰ ਦਿੱਤੀ। ਤੇ ਹੁਣ ਦਿੱਕਤ ਇਹ ਹੈ ਜੀ, ਮੇਰੇ ਬੇਟੇ ਦੇ ਜਿਵੇਂ ਸਿਰ 'ਚ ਪੇਨ ਹੁੰਦੀ ਹੈ, ਅੱਖਾਂ 'ਚ ਆਈਲੈਸ ਹੋ ਜਾਂਦੀ ਹੈ, ਅੱਖਾਂ 'ਚ ਦਰਦ ਹੁੰਦਾ, ਪੇਨ ਹੁੰਦਾ, ਮੈਂ ਉਹਨੂੰ ਮੈਡੀਸਨ ਵੀ ਦਿੰਦੀ ਹਾਂ ਇਸ ਵਜ੍ਹਾ ਤੋਂ। ਤੇ ਹੁਣ ਦੂਸਰੀ ਗੱਲ ਇਹ ਹੈ ਜੀ ਕਿ ਜਿਵੇਂ ਹੁਣ ਅਸੀਂ ਸਾਰਾ ਦਿਨ ਇਹ ਸਾਨੂੰ ਕੰਮ ਸੈਂਡ ਕਰਦੇ, ਪੇਰੈਂਟਸ ਬੱਚਿਆਂ ਨੂੰ ਕੰਮ ਨਾਲ ਬਿਠਾ ਕੇ ਕਰਾਉਂਦੇ, ਉਲਟੇ ਸਾਨੂੰ ਪੇ ਕਰ ਦੇਣ ਫੀਸ। ਜਿੱਦਾਂ ਇਹ ਸਾਨੂੰ ਕਹਿੰਦੇ ਆ ਜੀ ਪੇ ਕਰ ਦੇਣ, ਸਕੂਲ ਵਾਲੇ ਉਲਟਾ ਸਾਨੂੰ ਕਰਨ, ਕਿਉਂਕਿ ਪੇਰੈਂਟਸ ਨੇ ਜਿਹੜੇ ਬੱਚਿਆਂ ਨੂੰ ਕੰਮ ਕਰਵਾਉਂਦੇ ਆ ਬਿਠਾ ਕੇ ਕੋਲ, ਕਿੱਦਾਂ ਕਰਵਾਉਣਾ ਹੈ, ਕਿੱਦਾਂ ਵਰਡ ਲਿਖਾਉਣੇ ਆ, ਸਾਰਾ ਦਿਨ ਦੀ ਸਾਨੂੰ ਹੈ ਜੀ। ਸਾਰਾ ਦਿਨ ਦੋ ਫੋਨ ਅਸੀਂ ਲੈਂਦੇ ਆ, ਨੈੱਟ ਪਵਾਉਂਦੇ ਆ। ਉਹ ਕਾਹਦੇ ਵਾਸਤੇ ਪਵਾ ਰਹੇ ਆ ਜੀ? ਸਾਡੇ ਕੋਲ ਇੰਨੇ ਪੈਸੇ ਨਹੀਂ ਅਸੀਂ ਦੋ ਫੋਨਾਂ 'ਚ ਨੈੱਟ ਪਵਾਈਏ, ਕਿਉਂਕਿ ਮੇਰੇ ਬੱਚੇ 2 ਪੜ੍ਹਦੇ ਆ, ਦੋਨਾਂ ਨੂੰ ਅਲੱਗ-ਅਲੱਗ ਦੇਖੋ ਫੋਨ ਚਾਹੀਦੇ ਆ। ਇਹ ਸਾਨੂੰ ਬਹੁਤ ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਸਾਡੇ ਕੋਲ ਇੰਨੇ ਪੈਸੇ ਨਹੀਂ ਹੈ ਜੀ। ਮੇਰੇ ਹਸਬੈਂਡ ਪ੍ਰਾਈਵੇਟ ਜੋਬ ਕਰਦੇ ਆ ਜੀ। ਪ੍ਰਾਈਵੇਟ ਜੋਬ ਕਰਨ ਤੁਹਾਨੂੰ ਪਤਾ ਹੈ ਜੀ ਸੈਲਰੀ ਵੀ ਇੰਨੀ ਨਹੀਂ ਹੁੰਦੀ। ਅਸੀਂ ਫਿਰ ਵੀ ਬੱਚਿਆਂ ਨੂੰ ਇੱਥੇ ਸਕੂਲ 'ਚ ਲਾਇਆ ਸ਼ੁਰੂ ਤੋਂ ਹੀ ਜੀ। ਤੇ ਇਹ ਕੀ ਕਰਦੇ ਆ ਜੀ, ਸਾਨੂੰ ਫੀਸ ਪੇ ਕਰ ਦਿਓ, ਫੀਸ ਪੇ ਕਰ ਦਿਓ। ਹਜੇ ਕਿ ਜਦੋਂ ਕਿ ਮੇਰੀ ਐਡਮਿਸ਼ਨ ਫੀਸ ਜੁਲਾਈ ਤੱਕ ਗਈ ਹੋਈ ਹੈ, ਅਗਸਤ ਦੀ ਹਜੇ ਫੇਰ ਕਹਿ ਰਹੇ ਆ ਜੀ ਦੇ ਦਿਓ, ਤੇ ਮੈਂ ਹਜੇ ਪੇ ਨਹੀਂ ਕੀਤੀ ਦੋਨੋਂ ਬੱਚਿਆਂ ਦੀ ਜੀ। ਸੋ ਗੱਲ ਉਹੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇੱਕ ਪਾਸੇ ਤਾਂ ਫੀਸ ਵਾਸਤੇ ਤੰਗ ਕੀਤਾ ਜਾ ਰਿਹਾ, ਦੂਜੇ ਪਾਸੇ ਬੱਚੇ ਜਿਹੜੇ ਫਿਜ਼ੀਕਲੀ ਸਰੀਰਕ ਤੌਰ ਤੇ ਵੀ ਪਰੇਸ਼ਾਨ ਹੋ ਰਹੇ ਨੇ। ਜਿਸ ਤਰ੍ਹਾਂ ਕਿ ਦੱਸ ਰਹੇ ਸੀ ਕਿ ਇਹਨਾਂ ਦੇ ਬੱਚੇ ਨੂੰ ਡਿਪਰੈਸ਼ਨ ਤੱਕ ਦੀ ਪ੍ਰੋਬਲਮ ਆ ਰਹੀ ਹੈ, ਅੱਖਾਂ ਦੀ ਪ੍ਰੋਬਲਮ ਆ ਰਹੀ ਹੈ, ਔਰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਮਾਤਾ ਪਿਤਾ ਪਰੇਸ਼ਾਨ ਹੈ। ਦੂਜੇ ਪਾਸੇ ਇਹਨਾਂ ਦਾ ਇਹ ਵੀ ਕਹਿਣਾ ਕਿ ਅੱਜ ਦੇ ਟਾਈਮ ਦੇ ਵਿੱਚ ਬੱਚੇ ਨੂੰ ਸਕੂਲ ਟੀਚਰਸ ਨਾਲੋਂ ਵੱਧ ਮਾਤਾ ਪਿਤਾ ਨੂੰ ਪੜ੍ਹਾਉਣਾ ਪੈ ਰਿਹਾ। ਇਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਸਕੂਲ ਵਾਲੇ ਬਲਕਿ ਮਾਤਾ ਪਿਤਾ ਨੂੰ ਹੁਣ ਫੀਸ ਪੇ ਕਰਨ ਜੋ ਆਪਣੇ ਬੱਚਿਆਂ ਨੂੰ ਖੁਦ ਪੜ੍ਹਾ ਰਹੇ ਨੇ। ਪਰ ਇੱਥੇ ਬਾਰ-ਬਾਰ ਸਕੂਲ ਪ੍ਰਸ਼ਾਸਨ ਤੋਂ ਮੰਗ ਜਿਹੜੀ ਹੈ ਫੀਸ ਮੰਗੀ ਜਾ ਰਹੀ ਹੈ। ਬੱਚਿਆਂ ਨੂੰ ਜਿਹੜਾ ਹੈ ਸਕੂਲ ਦੇ ਗਰੁੱਪਾਂ ਦੇ ਵਿੱਚੋਂ ਜੋ ਜ਼ੂਮ ਕਲਾਸਿਸ ਦਿੱਤੀਆਂ ਜਾ ਰਹੀਆਂ ਸੀ ਜਾਂ WhatsApp ਗਰੁੱਪ ਬਣਾਏ ਜਾ ਰਹੇ ਸੀ, ਉਹਨਾਂ ਦੇ ਵਿੱਚੋਂ ਰਿਮੂਵ ਕਰਨ ਦੀ ਜਿਹੜੀ ਹੈ ਪ੍ਰਤੀਕਿਰਿਆ ਸ਼ੁਰੂ ਹੋ ਚੁੱਕੀ ਹੈ। ਕਈ ਬੱਚੇ ਜਿਹੜੇ ਇਹ ਦੱਸ ਰਹੇ ਸੀਗੇ ਜਿਸ ਤਰ੍ਹਾਂ ਕਿ ਇਹਨਾਂ ਦੇ ਬੱਚਿਆਂ ਨੂੰ ਕੱਢ ਵੀ ਦਿੱਤਾ ਗਿਆ। ਲਗਭਗ 300-400 ਦੇ ਆਸ-ਪਾਸ ਬੱਚੇ ਜਿਹੜੇ ਰਿਮੂਵ ਕਰ ਦਿੱਤੇ ਗਏ ਆ। ਸੋ ਇੱਥੇ ਪੇਰੈਂਟਸ ਦਾ ਇੱਕ ਵੱਡਾ ਸਵਾਲ ਇਹ ਵੀ 10-10 ਸਾਲ ਤੋਂ ਜੇਕਰ ਅਸੀਂ ਬੱਚਿਆਂ ਨੂੰ ਇੱਥੇ ਪੜ੍ਹਾ ਰਹੇ ਹਾਂ ਤੇ ਅੱਜ 4 ਮਹੀਨੇ ਬੱਚਾ ਕਿਉਂ ਨਹੀਂ ਪੜ੍ਹ ਰਿਹਾ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਨਾ ਚਾਹੁੰਦਾ, ਜਿਸ ਤਰ੍ਹਾਂ ਕਿ ਹੁਣ 10ਵੀਂ ਦੇ ਵਿੱਚ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਪਾਸ ਕਰ ਦਿੱਤਾ ਗਿਆ, 12ਵੀਂ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ, ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ, ਔਰ ਸਰਕਾਰ ਦਾ ਇੱਕ ਫੈਸਲਾ ਵੀ ਆਇਆ ਕਿ ਕੋਈ ਫੀਸ ਨਹੀਂ ਲਿੱਤੀ ਜਾਊਗੀ ਸਰਕਾਰੀ। ਫਿਰ ਤੁਹਾਨੂੰ ਕਿਉਂ ਨਹੀਂ ਲੱਗਦਾ ਵੀ ਤੁਹਾਡੇ ਬੱਚੇ ਜਿਹੜੇ ਤੀਜੀ, ਚੌਥੀ, ਪੰਜਵੀਂ, ਪਹਿਲੀ, ਦੂਜੀ 'ਚ ਪੜ੍ਹ ਰਹੇ ਆ, 9th ਤੱਕ ਪੜ੍ਹ ਰਹੇ ਆ, ਉਹਨਾਂ ਨੂੰ ਕਿਉਂ ਨਹੀਂ ਸਰਕਾਰ ਇਸ ਤਰ੍ਹਾਂ 1 ਸਾਲ ਅੱਗੇ ਪਾਸ ਕਰ ਦਿੰਦੀ? ਕਿਉਂ 1 ਸਾਲ ਦਾ ਬੋਝ ਪਾਇਆ ਜਾ ਰਿਹਾ? ਕਿਉਂ ਨਹੀਂ 1 ਸਾਲ ਸਿੱਧਾ ਅੱਗੇ ਕਰਕੇ ਅਗਲੀ ਕਲਾਸ ਦੇ ਵਿੱਚ ਜਦੋਂ ਖਤਮ ਹੋ ਜੂਗੀ ਕਰੋਨਾ ਮਹਾਮਾਰੀ, ਉਦੋਂ ਬੱਚਿਆਂ ਦੀ ਐਡਮਿਸ਼ਨ ਕਰਾਈ ਦਿੱਤੀ ਜਾਵੇ? ਬ੍ਰਦਰ ਗੱਲ ਇਹ ਹੈ ਕਿ ਨਾ ਸਰਕਾਰ ਨੂੰ ਇਹਨਾਂ ਸਕੂਲਾਂ ਦਾ ਦੇਖੋ, ਤੁਹਾਨੂੰ ਵੀ ਪਤਾ ਹੈ, ਸਾਰੇ ਪੇਰੈਂਟਸ ਨੂੰ ਪਤਾ ਹੈ, ਸਾਰੇ ਪੰਜਾਬ ਨੂੰ ਪਤਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਹੈ ਇਹਨਾਂ ਦੇ ਆਪਦੇ ਖੁਦ ਦੇ ਸਕੂਲ ਹੈਗੇ। ਜੇ ਅਗਰ ਉਹ ਇਸ ਤਰ੍ਹਾਂ ਕਰਨਗੇ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਏਗਾ। 1 ਸਾਲ ਦਾ ਕਰੋੜਾਂ ਰੁਪਏ ਦਾ ਨੁਕਸਾਨ ਉਹਨਾਂ ਨੂੰ ਪੈਣਾ ਚਾਹੀਦਾ ਹੈ। ਤੇ ਇਸੀ ਗੱਲ ਕਰਕੇ ਉਹ ਨਹੀਂ ਕਰ ਰਹੇ। ਸਰਕਾਰ ਨੂੰ ਪਤਾ ਹੈਗਾ ਕਿ ਅਸੀਂ ਅਗਰ ਸਰਕਾਰੀ ਸਕੂਲਾਂ ਨੂੰ ਕਰਤਾ ਹੈਗਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ, ਸਗੋਂ ਇਹਨਾਂ ਕਰਕੇ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਉਹਨਾਂ ਦੇ ਮਾਪੇ ਉਹਨਾਂ ਦੇ ਨਾਲ ਹੈ। ਪਰ ਇੱਕ ਗੱਲ ਅਸੀਂ
ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਜਿਸ ਹਿਸਾਬ ਨਾਲ ਉਹ ਪੇਰੈਂਟਸ ਦਾ ਸ਼ੋਸ਼ਣ ਕਰ ਰਹੇ ਆ, ਪੇਰੈਂਟਸ ਵਾਸਤੇ ਕੋਈ ਵੀ ਬਿਆਨ ਨਹੀਂ ਦੇ ਰਹੇ। ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ, ਕਿਉਂ ਨਹੀਂ ਵਿਜੇਇੰਦਰ ਸਿੰਗਲਾ ਜੀ ਨੇ ਜਦੋਂ ਇੱਕ ਇੰਟਰਮ ਫੈਸਲਾ ਆਇਆ ਹੈਗਾ ਉਸ ਤੋਂ ਬਾਅਦ ਕੋਈ ਬਿਆਨ ਨਹੀਂ ਦਿੱਤਾ ਹੈਗਾ ਪੇਰੈਂਟਸ ਦੇ ਹੱਕ ਦੇ ਵਿੱਚ। ਦੇਖੋ ਇਹ ਸਾਰੀ ਮਿਲੀ ਭੁਗਤ ਹੈ। ਅਸੀਂ ਪੰਜਾਬ ਸਰਕਾਰ ਨੂੰ ਇਹ ਹਦਾਇਤ ਦਿੰਦੇ ਹਾਂ ਕਿ ਅਗਰ ਤੁਸੀਂ ਉਹ ਸਟੈਂਡ ਕਲੀਅਰ ਕਰਨ ਕਿ ਉਹ ਪ੍ਰਾਈਵੇਟ ਸਕੂਲਾਂ ਦੇ ਨਾਲ ਖੜੇ ਨੇ ਜਾਂ ਉਹ ਪੇਰੈਂਟਸ ਦੇ ਨਾਲ ਖੜੇ ਨੇ। ਅਗਰ ਉਹ ਪ੍ਰਾਈਵੇਟ ਸਕੂਲਾਂ ਦੇ ਨਾਲ ਖੜੇ ਨੇ ਤਾਂ ਇਸ ਦਾ ਉਹਨਾਂ ਨੂੰ 2022 ਦੇ ਵਿੱਚ ਇਲੈਕਸ਼ਨ ਦੇ ਵਿੱਚ ਹਰਜਾਨਾ ਭੁਗਤਣਾ ਪਏਗਾ। ਮੈਂ ਆਪਣੇ ਵੱਲੋਂ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਇਹਨਾਂ ਨੂੰ ਐਲਾਨ ਕਰਕੇ ਦੱਸਣਾ ਚਾਹੁੰਦਾ ਕਿ ਪਟਿਆਲੇ ਦਾ ਕੋਈ ਵੀ ਵੋਟਰ ਜਿਹੜਾ ਹੈਗਾ, ਚਾਹੇ ਉਹ ਮਾਪੇ ਹੈਗੇ ਆ ਚਾਹੇ ਕੋਈ ਵੀ ਹੈ, ਉਹਨਾਂ ਨੂੰ MLA ਦੀ ਸੀਟਾਂ ਦਾ ਕੀ, ਅਸੀਂ ਉਹਨਾਂ ਨੂੰ MC ਦੀ ਵੋਟਾਂ ਨਹੀਂ ਜਿੱਤਣ ਦਿੰਦੇ। ਇਹ ਸਾਡੇ ਵੱਲੋਂ ਗਰੰਟੀ ਆ ਉਹਨਾਂ ਨੂੰ ਕਿ ਇੱਕ ਵੀ ਵੋਟ ਇਸ ਵਾਰ ਕਾਂਗਰਸ ਨੂੰ ਨਹੀਂ ਪਏਗੀ। ਸੋ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਜੇਕਰ ਸਟੈਂਡ ਨਹੀਂ ਲੈਂਦੀ ਸਰਕਾਰ, ਇੱਕ ਪਾਸੇ ਹੋ ਜਾਵੇ ਜਾਂ ਸਕੂਲਾਂ ਵਾਲੇ ਪਾਸੇ ਹੋ ਜਾਵੇ ਜਾਂ ਪੇਰੈਂਟਸ ਵਾਲੇ ਪਾਸੇ ਹੋ ਜਾਵੇ, ਤਾਂ 2022 ਦੇ ਵਿੱਚ ਇਹਦਾ ਹਰਜਾਨਾ ਭੁਗਤਣ ਲਈ ਤਿਆਰ ਰਹਿਣ। ਸੋ ਇੱਥੇ ਮਾਤਾ ਪਿਤਾ ਇਕੱਠੇ ਹੋਏ ਆ, ਸਕੂਲ ਦੇ ਬਿਲਕੁਲ ਬਾਹਰ ਖੜੇ ਆ। ਉਹਨਾਂ ਦਾ ਕਹਿਣਾ ਇਹੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਨਾਮ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਬੱਚਿਆਂ ਦਾ ਜਿਹੜਾ ਸਰੀਰਕ ਤੌਰ ਤੇ ਵੀ ਸ਼ੋਸ਼ਣ ਹੋ ਰਿਹਾ ਇੱਕ ਤਰ੍ਹਾਂ, ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਕਿਤੇ ਡਿਪਰੈਸ਼ਨ ਦੀ ਪ੍ਰੋਬਲਮ ਆ ਰਹੀ ਹੈ। ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾਲ ਦੋ ਪਾਸੇ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਪਰੇਸ਼ਾਨੀ ਉਹ ਹੈ ਜਿਹੜੀ ਆਰਥਿਕ ਲੁੱਟ ਹੈ, ਜਿਸ ਤਰ੍ਹਾਂ ਕਿ ਆਰਥਿਕ ਬੋਝ ਬੱਚਿਆਂ ਦੇ ਮਾਤਾ ਪਿਤਾ ਦੇ ਉੱਤੇ ਪੈ ਰਿਹਾ। ਦੂਸਰਾ, ਜੇਕਰ ਉਹ ਕਲਾਸਿਸ ਕਰਵਾਉਣ ਦੇ ਲਈ ਤਿਆਰ ਵੀ ਹੁੰਦੇ ਆ ਤਾਂ ਦੋ ਮੋਬਾਈਲ ਖਰੀਦਣੇ ਪੈਂਦੇ ਆ, ਨੈੱਟ ਦੋ ਮੋਬਾਈਲਾਂ ਦੇ ਵਿੱਚ ਪਵਾਉਣਾ ਪੈਂਦਾ, ਉਹਦੇ 'ਚ ਵੀ ਪੈਸੇ ਲੱਗਦੇ ਆ, ਕਿਉਂਕਿ ਅੱਜ ਦੇ ਵਕਤ ਵਿੱਚ ਕੋਈ ਵੀ ਚੀਜ਼ ਫ੍ਰੀ ਦੇ ਵਿੱਚ ਨਹੀਂ ਮਿਲ ਰਹੀ ਹੈ। ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ, ਪੇਰੈਂਟਸ ਨੂੰ ਨਾਲ ਬੈਠਣਾ ਪੈਂਦਾ ਬੱਚੇ ਦੇ ਤਾਂ ਜੋ ਉਸ ਨੂੰ ਪੜ੍ਹਾ ਸਕੇ। ਫਿਰ ਜੇਕਰ ਮਿਹਨਤ ਇੰਨੀ ਪੇਰੈਂਟਸ ਵੱਲੋਂ ਹੀ ਕਰਨੀ ਹੈ, ਫਿਰ ਫੀਸਾਂ ਕਿਸ ਚੀਜ਼ ਦੀਆਂ ਦਿੱਤੀਆਂ ਜਾਣ। ਸੋ ਇਹ ਕਈ ਜਿਹੜੇ ਸਵਾਲ ਨੇ, ਇਹ ਅੱਜ ਇੱਥੇ ਮਾਂ-ਬਾਪ ਲੈ ਕੇ ਇੱਥੇ ਸਕੂਲ ਦੇ ਬਾਹਰ ਖੜੇ ਆ। ਦੇਖਣਾ ਹੋਵੇਗਾ ਕਦੋਂ ਸਕੂਲ ਪ੍ਰਸ਼ਾਸਨ ਜਾਗਦਾ, ਇਹਨਾਂ ਦੀ ਗੱਲ ਕਰਦਾ, ਜਾਂ ਫਿਰ ਇਹਨਾਂ ਦੇ ਹੱਕ ਦੀ ਆਵਾਜ਼ ਸਰਕਾਰ ਤੱਕ ਪਹੁੰਚਦੀ ਹੈ, ਸਰਕਾਰ ਇਹਨਾਂ ਦੇ ਹੱਕ ਦੇ ਵਿੱਚ ਖੜਦੀ ਹੈ। ਸੋ ਇਹ ਫੈਸਲੇ ਨੂੰ ਹਜੇ ਟਾਈਮ ਲੱਗੂਗਾ। ਤੁਸੀਂ ਦੇਖੋ ਕਿ ਪੇਰੈਂਟਸ ਅੱਜ ਵੀ ਆ ਕੇ ਸਕੂਲ ਦੇ ਬਾਹਰ ਖੜੇ ਆ, ਚਾਹੇ ਬਾਰਿਸ਼ ਦਾ ਮੌਸਮ ਹੋਇਆ ਪਿਆ, ਸਵੇਰੇ ਬਾਰਿਸ਼ ਦੇ ਵਿੱਚ ਵੀ ਬਾਹਰ ਖੜੇ ਰਹੇ ਆ, ਪਰ ਸਕੂਲ ਪ੍ਰਸ਼ਾਸਨ ਜੋ ਕਿ ਹਰ ਮਹੀਨੇ ਇਹਨਾਂ ਤੋਂ ਫੀਸਾਂ ਵਸੂਲਦਾ, ਇਹਨਾਂ ਹੀ ਬੱਚਿਆਂ ਤੋਂ ਐਡਮਿਸ਼ਨਾਂ ਲੈਂਦਾ, ਇਹਨਾਂ ਦੇ ਬਦੌਲਤ ਹੀ ਇਹ ਵੱਡੀਆਂ ਬਿਲਡਿੰਗਾਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ, ਐਡੀਆਂ ਟਰਾਂਸਪੋਰਟਾਂ ਪਾਈਆਂ ਗਈਆਂ ਔਰ ਸਕੂਲ ਪ੍ਰੋਫਿਟ ਦੇ ਵਿੱਚ ਚੱਲ ਰਹੇ ਆ, ਜਦਕਿ ਐਜੂਕੇਸ਼ਨ ਜਿਹੜੀ ਹੈ ਉਹ ਪ੍ਰੋਫਿਟੇਬਲ ਬਿਜ਼ਨਸ ਨਹੀਂ ਹੈ। ਮਤਲਬ ਕਿ ਸਿੱਖਿਆ ਵਪਾਰ ਨਹੀਂ ਹੋ ਸਕਦੀ, ਪਰ ਅੱਜ ਦੇ ਵਕਤ ਦੇ ਵਿੱਚ ਸਿੱਖਿਆ ਨੂੰ ਵਪਾਰ ਦੇ ਤੌਰ ਤੇ ਹੀ ਲਿੱਤਾ ਜਾ ਰਿਹਾ ਔਰ ਬੜਾ ਚੱਲਣ ਵਾਲਾ ਵਪਾਰ ਜਿਹੜਾ ਹੈ ਉਹ ਇਸ ਵਕਤ ਸਿੱਖਿਆ ਬਣਿਆ ਹੋਇਆ। ਤਾਂ ਹੀ ਤਾਂ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਜਿਹੜੀ ਸਰਵਿਸ ਨਹੀਂ ਦਿੱਤੀ ਜਾ ਰਹੀ, ਜੇਕਰ ਕੋਈ ਨਹੀਂ ਪੜ੍ਹ ਰਿਹਾ, ਉਸ ਦੀ ਵੀ ਫੀਸ ਵਸੂਲਣ ਲਈ ਤਿਆਰ ਹੈ ਔਰ ਸਰਕਾਰਾਂ ਔਰ ਕੋਰਟ ਵੀ ਇਹ ਫੈਸਲੇ ਕਰਦੀਆਂ ਨੇ। ਸੋ ਇਹ ਫੈਸਲਾ ਹੁਣ 21 ਤਰੀਕ ਤੱਕ ਹੈ, ਜਿਹੜਾ 21 ਸਤੰਬਰ ਤੱਕ ਜਿਹੜਾ ਫੈਸਲਾ ਰੁਕਿਆ ਹੋਇਆ। 21 ਸਤੰਬਰ ਦੇ ਫੈਸਲੇ ਤੋਂ ਬਾਅਦ ਸਾਫ਼ ਹੋਊਗਾ ਕਿ ਆਖਰ ਇਹ ਕਿਹੜੇ ਪਾਸੇ ਨੂੰ ਜਿਹੜਾ ਹੈ ਊਠ ਕਰਵਟ ਲਊਗਾ, ਜਾਂ ਮਾਂ-ਬਾਪ ਨੂੰ ਫੀਸਾਂ ਭਰਨੀਆਂ ਪੈਣਗੀਆਂ ਕਿ ਕੁਛ ਨਾ ਕੁਛ ਰਹਿਤ ਦੇ ਕੇ ਜਿਹੜੀਆਂ ਫੀਸਾਂ ਦੇ ਹਿਸਾਬ ਸਿਰ ਸਕੂਲ ਚੱਲਣਗੇ। ਕੈਮਰਾਮੈਨ ਲਵਿਸ਼ ਦੇ ਨਾਲ ਅਨੁਰਾਗ।